ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸਰਵਣ ਕਰ ਰਹੇ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਜੋ ਲక్ష్ਮੀ ਦੇ ਪਤੀ ਨੇ, ਭਾਵ ਕਿ ਜੋ ਵਿਸ਼ਨੂੰ ਭਗਵਾਨ ਨੇ, ਉਹਨਾਂ ਨੇ ਸੱਚਖੰਡ ਦੇ ਵਿੱਚ ਦੇਖਿਆ ਕਿ ਮੇਰਾ ਹੀ ਜਿਹੜਾ ਸਰੂਪ ਅਰਜਨ ਹੈ, ਉਹ ਕਿਸ ਤਰੀਕੇ ਦੇ ਨਾਲ ਸਰੋਵਰ ਨੂੰ ਬਣਾ ਰਿਹਾ ਹੈ। ਸੱਚਖੰਡ ਦੇ ਵਿੱਚ ਬੈਠਿਆਂ ਵਿਸ਼ਨੂੰ ਭਗਵਾਨ ਨੇ ਸਾਰੀ ਵਾਰਤਾ ਨੂੰ ਜਾਣਿਆ ਤੇ ਫਿਰ ਉਹਨਾਂ ਨੇ ਆਪਣੇ ਜਿਹੜੇ ਸਮੀਪੀ ਸੀ ਨਾ, ਉਹਨਾਂ ਨੂੰ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸ੍ਰੀ ਨਾਨਕ ਤਨ ਕੋ ਮੈਂ ਤਾਰਿਓ, ਨਰਕ ਭਰਨ ਤੇ ਨਰ ਨ ਉਭਾਰਿਓ। ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਪਹਿਲਾਂ ਮੈਂ ਧਾਰਨ ਕੀਤਾ ਤੇ ਨਰਕਾਂ ਦੇ ਵਿੱਚ ਪੈਣ ਤੋਂ ਲੋਕਾਂ ਨੂੰ ਬਾਹਰ ਕੱਢਿਆ। ਅਬ ਸਰੂਪ ਪੰਚਮ ਤਿਨ ਕੇਰਾ, ਸ੍ਰੀ ਅਰਜਨ ਹਿਤ ਜਗਤ ਬਡੇਰਾ। ਉਹੀ ਨਾਨਕ ਨੇ ਹੁਣ ਪੰਜਵਾਂ ਜਿਹੜਾ ਸਰੂਪ ਹੈ ਉਸ ਨੂੰ ਧਾਰਨ ਕੀਤਾ ਹੋਇਆ, ਸ੍ਰੀ ਅਰਜਨ ਹਿਤ ਜਗਤ ਬਡੇਰਾ। ਕਹਿਣ ਤੋਂ ਭਾਵ ਇਹ ਹੈ ਕਿ ਸ੍ਰੀ ਅਰਜਨ ਜੀ ਜਿਨ੍ਹਾਂ ਦੇ ਅੰਦਰ ਜਗਤ ਦਾ ਬਹੁਤ ਹੀ ਜ਼ਿਆਦਾ ਹਿੱਤ ਹੈ। ਭਗਤ ਬੇਸ ਮੈਂ ਛਪੇ ਬਿਸਾਲੇ, ਚਾਹਤ ਭਗਤ ਪੰਥ ਕੋ ਪਾਲੇ। ਭਗਵਾਨ ਜੀ ਕਹਿੰਦੇ ਨੇ ਕਿ ਭਗਤੀ ਦੇ ਭੇਸ ਦੇ ਵਿੱਚ ਉਹ ਛਿਪੇ ਹੋਏ ਨੇ ਔਰ ਭਗਤੀ ਦੇ ਰਸਤੇ ਨੂੰ ਮਾਨੋ ਕਿ ਬਹੁਤ ਹੀ ਜ਼ਿਆਦਾ ਪ੍ਰਗਟ ਕਰਨਾ ਚਾਹੁੰਦੇ। ਇਸੇ ਉਪਾਏ ਮੈਂ ਲਗੇ ਮਹਾਨਾ, ਥਿਰ ਸਦੀਵ ਨਰ ਨਿਕਲੇ ਆਨਾ। ਭਗਤੀ ਰਸਤੇ ਨੂੰ ਪ੍ਰਗਟ ਕਰਨ ਦੇ ਵਾਸਤੇ ਉਹ ਲਗਾਤਾਰ ਉਪਾਅ ਕਰਦੇ ਰਹਿੰਦੇ ਨੇ। ਥਿਰ ਸਦੀਵ ਨਰਨ ਕਲਿਆਣਾ, ਮਾਨੋ ਕਿ ਉਹ ਨਰਾਂ ਦੇ ਮਨੁੱਖਾਂ ਦੇ ਕਲਿਆਣ ਦੇ ਵਾਸਤੇ ਹੀ ਸਥਿਰ ਨੇ। ਸੋਦਾ ਸਰੋਵਰ ਕੋ ਸਿਰ ਜਾਵਤ, ਮਹਾ ਮਹਾਤਮ ਕੋ ਦਿਪ ਤਾਵਤ। ਇਸ ਵੇਲੇ ਸੁਦਾ ਸਰੋਵਰ ਨੂੰ ਸਿਰਜਣ ਦੇ ਵਾਸਤੇ ਉਹ ਲੱਗੇ ਹੋਏ ਨੇ। ਮਹਾ ਮਹਾਤਮ ਕੋ ਦਿਪ ਤਾਵਤ, ਇਸ ਅੰਮ੍ਰਿਤ ਸਰੋਵਰ ਦਾ ਮਾਨੋ ਕਿ ਵੱਡਾ ਜਿਹੜਾ ਮਹਾਤਮ ਹੈ ਨਾ, ਉਸ ਨੂੰ ਅਰਜਨ ਜੀ ਪ੍ਰਕਾਸ਼ਮਾਨ ਕਰਨਾ ਚਾਹੁੰਦੇ। ਕਰਿਓ ਚਹਤ ਵਿੱਚ ਸ੍ਰੀ ਹਰਿ ਮੰਦਰ, ਅਵਨੀ ਤਲ ਮੈਂ ਅਦਭੁਤ ਸੁੰਦਰ। ਇਸ ਤੋਂ ਇਲਾਵਾ ਵਿਸ਼ਨੂੰ ਭਗਵਾਨ ਜੀ ਨੇ ਇਹ ਵੀ ਆਖਿਆ ਕਿ ਉਸ ਸਰੋਵਰ ਦੇ ਵਿੱਚ ਫਿਰ ਇੱਕ ਹਰੀ ਮੰਦਰ ਇਹ ਬਣਾਉਣਾ ਚਾਹੁੰਦੇ ਨੇ, ਜਿਹੜਾ ਕਿ ਅਵਨੀ ਤਲ ਦੇ ਉੱਤੇ, ਧਰਤੀ ਦੇ ਉੱਤੇ ਸਾਰਿਆਂ ਤੋਂ ਸੁੰਦਰ ਔਰ ਸਾਰਿਆਂ ਤੋਂ ਅਜੀਬ ਹੋਵੇ। ਜਿਸ ਮੈਂ ਭਜਨ ਪਰਵਰਤੈ ਮਹਾ, ਚੌ ਦਿਸ਼ ਕੇ ਨਰ ਨਮਰੈ ਤਹਾਂ। ਜਿਸ ਹਰੀ ਮੰਦਰ ਦੇ ਵਿੱਚ ਭਜਨ ਦਾ ਲਗਾਤਾਰ ਪ੍ਰਵਾਹ ਜਾਰੀ ਰਹੇਗਾ
ਔਰ ਚਾਰੇ ਦਿਸ਼ਾ ਦੇ ਵਿੱਚ ਜਿੰਨੇ ਵੀ ਮਨੁੱਖ ਰਹਿੰਦੇ ਨੇ ਸਾਰੇ ਦੇ ਸਾਰੇ ਉੱਥੇ ਆਣ ਕੇ ਨਮਸਕਾਰ ਕਰਿਆ ਕਰਨਗੇ। ਭਗਤ ਨਿਰੰਤਰ ਅੰਤਰ ਹੋਏ, ਮੋਕੋ ਸਿਮਰਨਗੇ ਸਭ ਕੋਏ। ਵਿਸ਼ਨੂੰ ਭਗਵਾਨ ਜੀ ਕਹਿੰਦੇ ਨੇ ਕਿ ਨਿਰੰਤਰ ਉਸ ਦੇ ਅੰਦਰ ਭਗਤੀ ਰਿਹਾ ਕਰੇਗੀ, ਭਗਤੀ ਨਿਵਾਸ ਕਰੇਗੀ ਤੇ ਲੋਕ ਸਾਰੇ ਦੇ ਸਾਰੇ ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਮੈਨੂੰ ਸਿਮਰਿਆ ਕਰਨਗੇ, ਮੈਨੂੰ ਯਾਦ ਕਰਿਆ ਕਰਨਗੇ। ਦੰਭ ਬਹੀਨੇ ਪ੍ਰੇਮ ਪਰਬੀਨ, ਹੋਏ ਕੀਰਤਨ ਮੈਂ ਲਿਵ ਲੀਨ। ਭਗਵਾਨ ਜੀ ਕਹਿੰਦੇ ਨੇ ਕਿ ਸਿੱਖ ਐਸੇ ਹੋਣਗੇ ਜਿਹੜੇ ਕਿ ਕਪਟ ਤੋਂ ਪਖੰਡ ਤੋਂ ਸਖਣੇ ਹੋਣਗੇ ਤੇ ਪ੍ਰੇਮ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਵੀਨ ਹੋਣਗੇ। ਐਸੇ ਜਿਹੜੇ ਸਿੱਖ ਨੇ ਨਾ ਉਹ ਕੀਰਤਨ ਕਰਿਆ ਕਰਨਗੇ ਲਿਵ ਨੂੰ ਸੁਰਤੀ ਨੂੰ ਜੋੜ ਕੇ। ਮੋਕੋ ਸਦਾ ਭਗਤ ਹੈ ਪਿਆਰੀ, ਰਹੋ ਬਣਿਓ ਜਨ ਕੇ ਅਨੁਸਾਰੀ। ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਮੈਨੂੰ ਹਮੇਸ਼ਾ ਭਗਤੀ ਸਾਰਿਆਂ ਤੋਂ ਪਿਆਰੀ ਰਹੀ ਹੈ, ਮੈਨੂੰ ਭਗਤੀ ਬਹੁਤ ਹੀ ਜ਼ਿਆਦਾ ਪਿਆਰੀ ਹੈ। ਇਸ ਕਰਕੇ ਮੈਂ ਉਹਨਾਂ ਦੇ ਅਨੁਸਾਰ ਹੋ ਕੇ ਚੱਲਾਂਗਾ ਜਿਹੜੇ ਕਿ ਭਗਤੀ ਕਰਨਗੇ। ਭਗਤ ਪੇਖ ਤਰ ਬਿਦ ਤਿਉ ਜੈਸੇ, ਭਗਤ ਬਸੀ ਦਿਖ ਰਾਵੋ ਤੈਸੇ। ਹੁਣ ਭਗਵਾਨ ਜੀ ਕਹਿੰਦੇ ਨੇ ਕਿ ਭਗਤੀ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਏ ਨੇ ਸ੍ਰੀ ਅਰਜਨ ਜੀ। ਇਸ ਕਰਕੇ ਮੈਂ ਭਗਤਾਂ ਦੇ ਹਮੇਸ਼ਾ ਵਸ ਦੇ ਵਿੱਚ ਹਾਂ ਔਰ ਇਸ ਅਰਜਨ ਦੇ ਵਸ ਦੇ ਵਿੱਚ ਵੀ ਮੈਂ ਹੋ ਕੇ ਦਿਖਾਵਾਂਗਾ। ਅਬ ਮੈਂ ਸਰ ਕੀ ਕਾਰ ਕਮਾਵੋ, ਛਪਨ ਹੇਤ ਬਪ ਕੋ ਪਲਟਾਵੋ। ਹੁਣ ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਜਿਹੜਾ ਸਰੋਵਰ ਸਿਰਜਿਆ ਜਾ ਰਿਹਾ ਹੈ ਸ੍ਰੀ ਅਰਜਨ ਜੀ ਦੇ ਵੱਲੋਂ, ਮੈਂ ਉਸ ਸਰੋਵਰ ਦੀ ਜਾ ਕੇ ਸੇਵਾ ਕਰਾਂਗਾ। ਮਾਤ ਲੋਕ ਦੇ ਵਿੱਚ ਆਪਣੇ ਆਪ ਨੂੰ ਛਪਾਉਣ ਦੇ ਵਾਸਤੇ ਮੈਂ ਆਪਣਾ ਸਰੀਰ ਪਲਟ ਲਵਾਂ। ਇਮ ਕਹਿ ਕਰ ਮਧੂਸੂਦਨ ਮਾਧੋ, ਬਨ ਮਜੂਰ ਤਨ ਕਟ ਪਟ ਬਾਧੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਗਵਾਨ ਵਿਸ਼ਨੂੰ ਜੀ ਨੇ ਆਪਣੇ ਨਾਲ ਦੇ ਸਾਥੀਆਂ ਨਾਲ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸਰੂਪ ਸੀ ਨਾ ਉਸ ਨੂੰ ਪਲਟ ਲਿਆ। ਇੱਕ ਮਜ਼ਦੂਰ ਦੇ ਰੂਪ ਦੇ ਵਿੱਚ ਉਹ ਬਣ ਗਏ ਨੇ ਜਿਨ੍ਹਾਂ ਨੇ ਮਾਨੋ ਕਿ ਆਪਣੇ ਲੱਕ ਦੇ ਨਾਲ ਕੱਪੜਾ ਬੰਨਿਆ। ਕਹੀ ਕੰਧ ਖਨ ਬੇਹਤ ਤਾਰੀ, ਗਹੀ ਟੋਕਰੀ ਹਾਥ ਮਝਾਰੀ। ਸਰੋਵਰ ਦੀ ਮਿੱਟੀ ਨੂੰ ਪੁੱਟਣ ਦੇ ਵਾਸਤੇ, ਸੇਵਾ ਕਰਨ ਦੇ ਵਾਸਤੇ ਇੱਕ ਕਹੀ ਉਹਨਾਂ ਨੇ ਆਪਣੇ ਮੋਢੇ ਦੇ ਉੱਤੇ ਰੱਖ ਲਈ ਹੈ ਔਰ ਦੂਸਰੇ ਹੱਥ ਦੇ ਵਿੱਚ ਇੱਕ ਟੋਕਰੀ ਫੜ ਲਈ। ਮਹਿਮਾ ਭਗਤਨ ਕੀ ਬੜ ਕਾਰਨ, ਬਸੀ ਪ੍ਰੇਮ ਆਪਣੋ ਦਿਖ ਰਾਵਨ। ਕਵੀ ਜੀ ਲਿਖਦੇ ਨੇ ਕਿ ਸਾਰਾ ਕੁਝ ਇਹਨਾਂ ਨੇ ਇਸ ਵਾਸਤੇ ਕੀਤਾ ਹੈ, ਭਗਤੀ ਦੀ ਮਹਿਮਾ ਨੂੰ ਵੱਡਾ ਪ੍ਰਗਟ ਕਰਨਾ ਹੈ। ਮੈਂ ਪ੍ਰੇਮ ਦੇ ਵਸ ਦੇ ਵਿੱਚ ਹਾਂ, ਇਸ ਗੱਲ ਨੂੰ ਉਹਨਾਂ ਨੇ ਜ਼ਾਹਰ ਕਰਨਾ ਹੈ। ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਜਗਤ ਕਾਂਤ ਜਗ ਗੁਰਪੁਰ ਆਏ, ਮਿਲੇ ਮਜੂਰਨ ਕਾਰ ਕਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਦੁਨੀਆ ਦੇ ਮਾਲਕ ਨੇ ਭਾਵ ਭਗਵਾਨ ਵਿਸ਼ਨੂੰ ਜੀ, ਉਹ ਮਾਨੋ ਕਿ ਜਗਤ ਦੇ ਗੁਰੂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਨਗਰੀ ਦੇ ਵਿੱਚ ਆ ਗਏ ਨੇ ਔਰ ਜਿੱਥੇ ਸੇਵਾ ਹੋ ਰਹੀ ਸੀ ਉੱਥੇ ਮਜ਼ਦੂਰਾਂ ਦੇ ਨਾਲ ਮਿਲ ਕੇ ਵਿਸ਼ਨੂੰ ਭਗਵਾਨ ਜੀ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਬਦਲਿਆ ਹੋਇਆ ਨਾਲ ਲੱਗ ਕੇ ਸੇਵਾ ਕਰਨ ਲੱਗੇ। ਬ੍ਰਹਮਾਦਿਕ ਸ਼ਿਵ ਕੋ ਸੁਧ ਹੋਈ, ਕੌਤਕ ਪਿਖਣ ਦੇਵ ਸਭ ਕੋਈ। ਬ੍ਰਹਮਾ ਜੀ ਨੂੰ, ਸ਼ਿਵ ਜੀ ਨੂੰ, ਇਹਨਾਂ ਸਾਰਿਆਂ ਮੁਖੀ ਦੇਵਤਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਭਗਵਾਨ ਵਿਸ਼ਨੂੰ ਜੀ ਆਪਣੇ ਸਰੀਰ ਦਾ ਬਦਲਾਵਾ ਕਰਕੇ ਮਾਤਲੋਕ ਦੇ ਵਿੱਚ ਜਾ ਕੇ ਸੇਵਾ ਕਰ ਰਹੇ ਨੇ ਸਰੋਵਰ ਦੀ। ਸਾਰੇ ਫਿਰ ਕੌਤਕ ਨੂੰ ਦੇਖਣ ਦੇ ਵਾਸਤੇ ਇਕੱਠੇ ਹੋਏ। ਜੈ ਜੈ ਭਨਤ ਗਗਨ ਮੈਂ ਆਏ, ਅਦਭੁਤ ਗਤ ਦੇਖਣ ਸੁਰ ਛਾਏ।
ਹਰ ਇੱਕ ਦੇ ਮੂੰਹ ਦੇ ਵਿੱਚੋਂ ਜੈ ਜੈਕਾਰ ਦੀ ਜਿਹੜੀ ਧੁਨੀ ਹੈ ਉਹ ਗੂੰਜਦੀ ਹੈ। ਔਰ ਇਸ ਅਜੀਬ ਕਿਸਮ ਦੇ ਕੌਤਕ ਨੂੰ ਦੇਖਣ ਦੇ ਵਾਸਤੇ ਜਿੰਨੇ ਵੀ ਦੇਵਤੇ ਸਨ ਉਹ ਸਾਰੇ ਦੇ ਸਾਰੇ ਆਕਾਸ਼ ਦੇ ਵਿੱਚ ਛਾ ਗਏ। ਬਿਸਮਤ ਚਿਤ ਨਿਜ ਬਿਖੈ ਬਖਾਨੇ, ਇਨਕੇ ਚਲਤ ਇਹੀ ਪ੍ਰਭ ਜਾਣੇ। ਸਾਰੇ ਦੇਵਤੇ ਬਹੁਤ ਹੀ ਜ਼ਿਆਦਾ ਹੈਰਾਨ ਨੇ ਔਰ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਇਹਨਾਂ ਦੇ ਜਿਹੜੇ ਚਰਿੱਤਰ ਨੇ ਨਾ ਉਹ ਇਹੀ ਜਾਣਦੇ ਨੇ, ਪ੍ਰਭੂ ਕਿਸ ਤਰ੍ਹਾਂ ਦੇ ਚਰਿੱਤਰ ਕਰਦੇ ਨੇ, ਇਹ ਆਪਣੇ ਚਰਿੱਤਰਾਂ ਨੂੰ ਆਪੇ ਹੀ ਜਾਣਦੇ ਨੇ। ਨਿਜ ਪ੍ਰੀਤਮ ਕੇ ਨਿਤ ਹਿਤਕਾਰੀ, ਬਿਦ ਤਾਵਤ ਇਮ ਜਗਤ ਮਝਾਰੀ। ਇੱਕ ਦੂਜੇ ਨੂੰ ਦੇਵਤੇ ਕਹਿੰਦੇ ਨੇ ਕਿ ਪ੍ਰੀਤਮ ਦੇ ਵਸ ਦੇ ਵਿੱਚ ਹਮੇਸ਼ਾ ਭਗਵਾਨ ਹੁੰਦੇ ਨੇ, ਪ੍ਰੀਤਮ ਆਪਣੇ ਪਿਆਰੇ ਦੇ ਹਿਤਕਾਰੀ ਹੁੰਦੇ ਨੇ। ਇਸ ਗੱਲ ਨੂੰ ਮੰਨੋ ਕਿ ਦੁਨੀਆ ਦੇ ਵਿੱਚ ਇਹ ਪ੍ਰਗਟ ਕਰਨਾ ਚਾਹੁੰਦੇ ਨੇ ਕਿ ਮੈਂ ਮੰਨੋ ਆਪਣੇ ਪਿਆਰਿਆਂ ਦੇ ਹੱਕ ਦੇ ਵਿੱਚ ਹਾਂ, ਉਹਨਾਂ ਦੇ ਵਸ ਦੇ ਵਿੱਚ। ਭਗਤ ਸਰੂਪ ਏਕ ਭਵ ਤਾਰਾ, ਦੁਤੀਏ ਸੋ ਬਸ ਰਹਿਨ ਦਿਖਾਰਾ। ਹੁਣ ਦੇਵਤੇ ਇੱਕ ਦੂਜੇ ਨੂੰ ਕਹਿੰਦੇ ਨੇ, ਇੱਕ ਪਾਸੇ ਭਗਵਾਨ ਨੇ ਭਗਤੀ ਦਾ ਸਰੂਪ ਧਾਰਨ ਕੀਤਾ ਹੋਇਆ, ਸੰਸਾਰ ਵਿੱਚ ਤਾਂ ਇੱਕ ਭਗਤ ਸਰੂਪ ਧਾਰਿਆ ਹੈ, ਭਾਵ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੇ ਦੂਸਰਾ ਰੂਪ ਭਗਤ ਦੇ ਅਧੀਨ ਰਹਿਣ ਵਾਲਾ ਦੱਸਿਆ ਹੈ। ਇੱਕ ਸਰੂਪ ਹੈ ਭਗਤ ਵਾਲਾ ਜਿਹੜਾ ਕਿ ਸਤਿਗੁਰੂ ਅਰਜਨ ਦੇਵ ਜੀ ਦਾ ਹੈ, ਤੇ ਦੂਸਰਾ ਸਰੂਪ ਧਾਰਨ ਕੀਤਾ ਹੈ ਕਿ ਉਸ ਭਗਤ ਦੇ ਵੀ ਅੱਗੋਂ ਵਸ ਦੇ ਵਿੱਚ ਰਹਿਣਾ। ਭਗਤ ਕਬੀਰ ਨਕੇਤ ਸਿਧਾਏ, ਬਣ ਬਣ ਜਾਰਾ ਖੇਪ ਚਲਾਏ। 3-4 ਭਗਤਾਂ ਦਾ ਪ੍ਰਮਾਣ ਦੇ ਕੇ ਇੱਕ ਦੂਜੇ ਨੂੰ ਦੇਵਤੇ ਕਹਿੰਦੇ ਨੇ ਕਿ ਦੇਖੋ ਭਗਤ ਕਬੀਰ ਦੇ ਘਰ ਦੇ ਵਿੱਚ ਚਲੇ ਗਏ ਸਨ ਭਗਵਾਨ ਇੱਕ ਬਣਜਾਰੇ ਦੇ ਰੂਪ ਦੇ ਵਿੱਚ, ਤੇ ਉਸ ਦਾ ਜਾ ਕੇ ਵਣਜ ਕੀਤਾ। ਨਾਮ ਦੇਵ ਕੋ ਛਾਪਰ ਛਾਇਓ, ਭਗਤਨ ਵਤਸਲ ਬਿਰਦ ਦਿਖਾਇਓ। ਭਗਤਾਂ ਦਾ ਪਿਆਰਾ ਬਿਰਦ ਉਹਨਾਂ ਨੇ ਉਸ ਵੇਲੇ ਜ਼ਾਹਰ ਕੀਤਾ ਜਦੋਂ ਕਿ ਨਾਮਦੇਵ ਦੀ ਜਾ ਕੇ ਉਹਨਾਂ ਨੇ ਛਪਰੀ ਨੂੰ ਬੰਨਿਆ ਸੀ। ਫੇਰ ਦੇਹੁਰਾ ਗਊ ਜਿਵਾਈ, ਮੁਗਲ ਰੂਪ ਧਰ ਮਿਲੇ ਗੋਸਾਈ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਮਰੀ ਹੋਈ ਗਊ ਨੂੰ ਜਵਾ ਦਿੱਤਾ। ਇਸ ਤੋਂ ਇਲਾਵਾ ਦੇਹਰੇ ਨੂੰ ਭਗਵਾਨ ਨੇ ਫੇਰ ਦਿੱਤਾ ਔਰ ਮੁਗਲ ਦਾ ਸਰੂਪ ਧਾਰਨ ਕਰਕੇ ਗੋਸਾਈ ਪਰਮੇਸ਼ਰ ਉਸ ਵੇਲੇ ਮਿਲੇ ਸਨ। ਗਏ ਸੈਨ ਕੇ ਤਨ ਧਰ ਨਾਈ, ਪ੍ਰੀਤਮ ਹਿਤ ਨਿਪ ਸੇਵ ਕਮਾਈ। ਇਸ ਤੋਂ ਇਲਾਵਾ ਆਪਣੇ ਪਿਆਰੇ ਸੈਣ ਭਗਤ ਦੇ ਵਾਸਤੇ ਉਹਨਾਂ ਨੇ ਨਾਈ ਦੇ ਸਰੂਪ ਨੂੰ ਧਾਰਨ ਕੀਤਾ ਤੇ ਸੈਣ ਭਗਤ ਦੀ ਜਗ੍ਹਾ ਦੇ ਉੱਤੇ ਜਾ ਕੇ ਭਗਵਾਨ ਨੇ ਆਪ ਰਾਜੇ ਦੀ ਸੇਵਾ ਕੀਤੀ ਸੀ। ਕੌਣ ਕੌਣ ਇਨ ਕਰਮ ਗਨੀਜੈ, ਬਸ ਭਗਤਨ ਕੇ ਸਦਾ ਲਖੀਜੈ। ਇੱਕ ਦੂਜੇ ਦੇ ਨਾਲ ਵਿਚਾਰਾਂ ਕਰਦੇ ਨੇ ਕਿ ਕਿਹੜੇ ਕਿਹੜੇ ਕਰਮ ਭਗਵਾਨ ਦੇ ਅਸੀਂ ਗਿਣੀਏ, ਹਮੇਸ਼ਾ ਭਗਤਾਂ ਦੇ ਵਸ ਦੇ ਵਿੱਚ ਹਨ ਔਰ ਉਹਨਾਂ ਦੇ ਅਨੁਸਾਰ ਹੀ ਹੋ ਕੇ ਚੱਲਦੇ ਨੇ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਕਹੀ ਗਹੀ ਪ੍ਰਭ ਕਰ ਸਮਰੱਥ, ਧਰੀ ਟੋਕਰੀ ਦੂਸਰ ਹੱਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਹੱਥ ਦੇ ਵਿੱਚ ਉਹਨਾਂ ਨੇ ਕਈ ਨੂੰ ਫੜਿਆ ਹੋਇਆ ਹੈ ਜਿਹੜੇ ਪ੍ਰਭੂ ਸਮਰੱਥ ਨੇ, ਤੇ ਦੂਸਰੇ ਹੱਥ ਦੇ ਵਿੱਚ ਉਹਨਾਂ ਨੇ ਟੋਕਰੀ ਨੂੰ ਫੜਿਆ। ਹਰੀ ਮੰਦਰ ਜਿਸ ਥਲ ਚਿਨਵਾਏ, ਖਣਨ ਲੱਗੇ ਮ੍ਰਿਤਕਾ ਤਹ ਜਾਏ। ਕਵੀ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਬਾਅਦ ਦੇ ਵਿੱਚ ਹਰੀ ਮੰਦਰ ਬਣਿਆ, ਉਸ ਜਗ੍ਹਾ ਤੇ ਚਲੇ ਗਏ ਨੇ ਜਿੱਥੇ ਕਿ ਹਰੀ ਮੰਦਰ ਬਾਅਦ ਦੇ ਵਿੱਚ ਬਣਨਾ ਹੈ, ਔਰ ਉੱਥੋਂ ਕਹਿੰਦੇ ਨੇ ਕਿ ਕਈ ਦੇ ਨਾਲ ਮਿੱਟੀ ਨੂੰ ਪੁੱਟਣਾ ਸ਼ੁਰੂ ਕੀਤਾ। ਕਾਰ ਨਿਕਾਸੈ ਵਹਿਰ ਗਿਰਾਈ, ਦੇਖਤ ਭਏ ਦੇਵ ਸਮੁਦਾਇ। ਕਈ ਦੇ ਨਾਲ ਮਿੱਟੀ ਨੂੰ ਪੁੱਟਦੇ ਨੇ, ਫਿਰ ਟੋਕਰੇ ਦੇ ਵਿੱਚ ਭਰ ਕੇ ਉਸ ਮਿੱਟੀ ਨੂੰ ਬਾਹਰ ਲਿਆ ਕੇ ਸੁੱਟ ਦਿੰਦੇ ਨੇ। ਇਸ ਤਰ੍ਹਾਂ ਦੀ ਭਗਵਾਨ ਨੇ ਸੇਵਾ ਸ਼ੁਰੂ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜਿੰਨੇ ਵੀ ਦੇਵਤੇ ਨੇ ਉਹ ਇਸ ਨੂੰ ਦੇਖ ਰਹੇ। ਪਲਟ ਪਲਟ ਆਪਨੋ ਤਨ ਸਾਰੇ,
ਆਏ ਲਗੇ ਸਗਰੇ ਸਰ ਕਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਗਵਾਨ ਨੇ ਸਰੋਵਰ ਦੀ ਸੇਵਾ ਨੂੰ ਕਰਨਾ ਸ਼ੁਰੂ ਕੀਤਾ ਤੇ ਇਸ ਤੋਂ ਬਾਅਦ ਸਾਰੇ ਦੇ ਸਾਰੇ ਜਿੰਨੇ ਵੀ ਦੇਵਤੇ ਸਨ ਉਹਨਾਂ ਸਾਰਿਆਂ ਨੇ ਆਪਣੇ ਸਰੀਰਾਂ ਨੂੰ ਬਦਲਿਆ ਹੈ ਤੇ ਆਣ ਕੇ ਨਾਲ ਹੀ ਭਗਵਾਨ ਦੇ ਉਸ ਸਰੋਵਰ ਦੀ ਸੇਵਾ ਦੇ ਵਿੱਚ ਜੁਟ ਗਏ। ਤਿੰਨ ਕੋ ਪ੍ਰੇਰਤ ਕਾਰ ਕਰਾਵੈ ਕਹਿ ਸਭ ਸੋਇ ਉਤਸ਼ਾਹ ਬਦਾਵੈ। ਹੁਣ ਜਦੋਂ ਭਗਵਾਨ ਦੇ ਨਾਲ ਮਿਲ ਕੇ ਸਾਰੇ ਦੇਵਤੇ ਵੀ ਸੇਵਾ ਕਰਨ ਲੱਗੇ ਨੇ ਉਸ ਵੇਲੇ ਕਵੀ ਜੀ ਕਹਿੰਦੇ ਨੇ ਕਿ ਸਾਰਿਆਂ ਦੇਵਤਿਆਂ ਨੂੰ ਪ੍ਰੇਰ ਕੇ ਭਗਵਾਨ ਵਿਸ਼ਨੂੰ ਜੀ ਸੇਵਾ ਕਰਾਉਂਦੇ ਨੇ ਨਾਲੇ ਕਰਦੇ ਨੇ ਤੇ ਸਾਰਿਆਂ ਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਪੈਦਾ ਕਰਦੇ ਨੇ। ਛਿਨ ਕਮਾਤਰ ਮੈਂ ਮਾਟੀ ਪਾਟੀ ਸਭ ਨਿਕਾਸ ਕਰ ਬਾਹਰ ਸਾਟੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਲਾਂ ਛਿਨਾਂ ਦੇ ਵਿੱਚ ਹੀ ਉਹਨਾਂ ਨੇ ਸਾਰੀ ਦੀ ਸਾਰੀ ਮਿੱਟੀ ਪੁੱਟ ਦਿੱਤੀ ਹੈ, ਕਿਉਂਕਿ ਕੋਈ ਸਧਾਰਨ ਮਨੁੱਖ ਨਹੀਂ ਸਨ। ਇੱਕ ਪਾਸੇ ਸਵੈਂ ਭਗਵਾਨ ਸਨ ਤੇ ਦੂਸਰੇ ਪਾਸੇ ਸਾਰੇ ਦੇਵਤੇ ਜਿਨ੍ਹਾਂ ਦੇ ਵਿੱਚ ਕਰਾਮਾਤਾਂ ਸਨ। ਉਹਨਾਂ ਨੇ ਮਾਨੋ ਕਿ ਪਲਾਂ ਛਿਨਾਂ ਦੇ ਵਿੱਚ ਬਹੁਤ ਸਾਰੀ ਮਿੱਟੀ ਪੁੱਟ ਦਿੱਤੀ ਹੈ ਔਰ ਸਾਰੀ ਦੀ ਸਾਰੀ ਮਿੱਟੀ ਉਹਨਾਂ ਨੇ ਬਾਹਰ ਲਿਆ ਕੇ ਸੁੱਟ ਦਿੱਤੀ ਹੈ। ਇਸ ਤਰੀਕੇ ਦੇ ਨਾਲ ਮਾਨੋ ਕਿ ਉਸ ਵੇਲੇ ਭਗਵਾਨ ਵਿਸ਼ਨੂੰ ਜੀ ਨੇ ਸਵੈਂ ਆਣ ਕੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਹਿੱਸਾ ਪਾਇਆ। ਲਿਖੀ ਪੋਥੀਆਂ ਦੇ ਵਿੱਚ ਕਥਾ ਹੈ ਜੀ ਕਾਰ ਕਰਨ ਨੂੰ ਆਪ ਭਗਵਾਨ ਆਇਆ ਨਾਲ ਦੇਵਤੇ ਆਏ ਬੈਕੁੰਠ ਵਿੱਚੋਂ ਮਹਿਮਾ ਭਗਤੀ ਪ੍ਰੇਮ ਵਧਾਣ ਆਇਆ। ਟੋਈ ਟੋਕਰੀ ਆਪਣੇ ਸੀਸ ਉੱਪਰ ਗੁਰੂ ਘਰ ਦਾ ਸ਼ਾਨ ਦਿਖਾਣ ਆਇਆ। ਇਹ ਨਵੀਂ ਨਹੀਂ ਗੱਲ ਕਰਤਾਰ ਸਿੰਘਾ ਹੈ ਭਗਤਾਂ ਦੀ ਰੱਖਦਾ ਆਣ ਆਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਤਰੀਕੇ ਦੇ ਨਾਲ ਜ਼ਿਕਰ ਕਰਦੇ ਨੇ ਕਿ ਭਗਵਾਨ ਨੇ ਆਪ ਸਵੈਂ ਆਣ ਕੇ ਉਸ ਸੇਵਾ ਦੇ ਵਿੱਚ ਹਿੱਸਾ ਪਾਇਆ। ਸ੍ਰੀ ਅਰਜਨ ਕਰ ਨਿਰਣੈ ਹੇਰੈ ਆਜ ਕਾਰ ਕੋ ਕਰੈ ਕਨੇਰੈ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਰੋਵਰ ਦੇ ਕਿਨਾਰੇ ਤੇ ਪਹੁੰਚੇ ਨੇ ਤੇ ਉਹ ਇਸ ਗੱਲ ਨੂੰ ਵੇਖ ਕੇ ਬਹੁਤ ਹੈਰਾਨ ਹੋਏ ਨੇ ਕਿ ਅੱਜ ਇੰਨੀ ਵੱਡੀ ਸੇਵਾ ਥੋੜੇ ਸਮੇਂ ਦੇ ਵਿੱਚ ਕਿੰਨੇ ਕਰ ਦਿੱਤੀ। ਸੰਗਤ ਨਹੀਂ ਕਹੂੰ ਤੇ ਆਈ ਜਿਤ ਕਿਤ ਦੀਖਤ ਜਨ ਸਮੁਦਾਈ। ਜਦੋਂ ਹੋਰ ਲਾਗੇ ਸਰੋਵਰ ਦੇ ਹੋਏ ਨੇ ਤੇ ਕੀ ਦੇਖਦੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਸਰੋਵਰ ਹੈ ਉਹ ਸੇਵਾ ਕਰਨ ਵਾਲਿਆਂ ਦੇ ਨਾਲ ਭਰਿਆ ਹੋਇਆ। ਸਤਿਗੁਰੂ ਜੀ ਵਿਚਾਰਦੇ ਨੇ ਕਿ ਕਿਸੇ ਵੀ ਪਾਸਿਓਂ ਕੋਈ ਵੀ ਨਵੀਂ ਸੰਗਤ ਨਹੀਂ ਪਹੁੰਚੀ, ਪਰ ਜਿੱਥੇ ਕਿਥੇ ਇਹ ਬਹੁਤ ਸਾਰੇ ਮਨੁੱਖ ਦਿਖਾਈ ਦਿੰਦੇ। ਬੇਸ ਅਨੂਪਮ ਅਦਭੁਤ ਕ੍ਰਾਂਤ ਕਰਤ ਕਾਰ ਕੋ ਸ਼ੋਭਤ ਗਾਤ। ਗੁਰੂ ਜੀ ਨੇ ਵੇਖਿਆ ਕਿ ਸਾਰਿਆਂ ਦਾ ਜਿਹੜਾ ਭੇਸ ਹੈ ਉਹ ਅਨੂਪਮ ਹੈ, ਜਿਹਦੀ ਕੋਈ ਉਪਮਾ ਹੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਸਾਰਿਆਂ ਦੀ ਕ੍ਰਾਂਤੀ ਬੜੀ ਅਲੌਕਿਕ ਹੈ। ਸਾਰੇ ਦੇ ਸਾਰੇ ਸਰੋਵਰ ਦੀ ਸੇਵਾ ਕਰਦੇ ਹੋਏ ਸ਼ੋਭਨੀਕ ਨੇ। ਸ੍ਰੀ ਗੋਰੇਵ ਵਿਚਾਰ ਨਿਹਾਰਤ ਹੈ ਸਭ ਮੈਂ ਇੱਕ ਸੁੰਦਰ ਡੀਲ। ਕੁਝ ਚਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਨਜ਼ਾਰੇ ਨੂੰ ਦੇਖਦੇ ਰਹੇ ਨੇ। ਫਿਰ ਕਹਿੰਦੇ ਨੇ ਕਿ ਸਤਿਗੁਰਾਂ ਨੇ ਵਿਚਾਰਿਆ ਔਰ ਦੇਖਿਆ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਬੜੀ ਸੁੰਦਰ ਡੀਲ ਡੌਲ ਵਾਲਾ ਮਨੁੱਖ ਹੈ। ਚਾਰ ਬਿਲੋਚਨ ਸੋਚ ਬਿਮੋਚਤ ਪ੍ਰੇਰਤ ਹੈ ਸਭ ਹੁਣ ਛਬੀਲਾ। ਉਹ ਜਿਹੜਾ ਇੱਕ ਸਾਰਿਆਂ ਤੋਂ ਸਿਰਮੌਰ ਲੱਗਦਾ ਹੈ, ਉਹਦੇ ਬਹੁਤ ਹੀ ਸੁੰਦਰ ਨੇਤਰ ਨੇ। ਮਾਨੋ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਸੋਚਾਂ ਨੂੰ ਦੂਰ ਕਰਨ ਵਾਲਾ ਹੈ। ਸਾਰਿਆਂ ਨੂੰ ਪ੍ਰੇਰ ਕੇ ਸਾਰਿਆਂ ਤੋਂ ਸੇਵਾ ਕਰਵਾ ਰਿਹਾ ਹੈ ਔਰ ਉਹ ਸਾਰਿਆਂ ਤੋਂ ਛਬੀਲਾ ਹੈ। ਬ੍ਰਿੰਦ ਆਦਾਇ ਬਰਾਖਤ ਹੈ ਅਭਿਲਾਖਤ ਪਾਖਤ ਹੈ ਗੁਣਸ਼ੀਲਾ। ਸਾਰੇ ਦੇ ਸਾਰੇ ਜਿੰਨੇ ਵੀ ਸੇਵਾ ਕਰ ਰਹੇ ਨੇ ਉਸ ਇੱਕ ਦਾ ਅਦਬ ਕਰਦੇ ਨੇ, ਸਤਿਕਾਰ ਕਰਦੇ ਨੇ। ਅਭਿਲਾਖਤ ਭਾਖਤ ਹੈ ਗੁਣਸ਼ੀਲਾ, ਅਭਿਲਾਖਾ ਕਰਦੇ ਨੇ ਔਰ ਭਾਖਦੇ ਨੇ ਔਰ ਸਾਰਿਆਂ ਤੋਂ ਗੁਣਾਂ ਦੇ ਵਿੱਚ ਉਹ ਸ਼ੀਲ ਹੈ।
और नहीं जग मौर यही इस ठौर बिखै दिखरावत लीला। पर सतगुरु अर्जन देव सच्चे पातशाह जी ਨੂੰ ਪਛਾਣਨ ਲੱਗਿਆ ਬਹੁਤੀ ਦੇਰ ਨਹੀਂ ਲੱਗੀ ਭਗਵਾਨ ਨੂੰ। ਆਖਰ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਹੈ ਔਰ ਸੋਚਿਆ ਹੈ ਕਿ ਹੋਰ ਨਹੀਂ ਹੈ, ਇਹ ਜਗਤ ਦਾ ਸ਼੍ਰੋਮਣੀ ਆਪ ਭਗਵਾਨ ਹੈ, ਜਿਹੜਾ ਕਿ ਇਸ ਜਗ੍ਹਾ ਦੇ ਉੱਤੇ ਆਣ ਕੇ ਸੇਵਾ ਦੇ ਰੂਪ ਦੇ ਵਿੱਚ ਇੱਕ ਲੀਲਾ ਕਰ ਰਿਹਾ ਹੈ, ਇੱਕ ਖੇਡ ਰਚ ਰਿਹਾ। ਲਗ ਕਾਲ ਮੇ ਕਾਰ ਬਿਸਾਲ ਕਰੀ ਥਲ ਜਾਹ ਬਿਖੇ ਚਨ ਬੋਹਰੀ ਮੰਦਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਹੈ ਕਿ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਸੇਵਾ ਮਨੁੱਖ ਨਹੀਂ ਕਰ ਸਕਦੇ। ਇਹ ਭਗਵਾਨ ਆਪ ਆਪਣੇ ਦੇਵਤਿਆਂ ਦੇ ਸਮੇਤ ਇੱਥੇ ਆਇਆ ਹੋਇਆ ਔਰ ਉਸ ਜਗ੍ਹਾ ਤੋਂ ਆਣ ਕੇ ਸੇਵਾ ਨੂੰ ਇਹਨਾਂ ਨੇ ਆਰੰਭ ਕੀਤਾ ਹੈ ਜਿੱਥੇ ਕਿ ਹਰੀ ਮੰਦਰ ਬਣਾਉਣਾ ਹੈ। ਮ੍ਰਿਤਕਾ ਤਹ ਤੇ ਕਰ ਤੂਰਨਤਾ ਨਿਕਸਾਏ ਲਈ ਸਗਰੀ ਸਰ ਅੰਦਰ। ਜਿਹੜੀ ਜਗ੍ਹਾ ਤੇ ਹਰੀ ਮੰਦਰ ਦੀ ਸਿਰਜਣਾ ਹੋਣੀ ਹੈ ਉਸ ਜਗ੍ਹਾ ਤੋਂ ਸਾਰੀ ਦੀ ਸਾਰੀ ਮਿੱਟੀ ਪੁੱਟ ਕੇ ਬਾਹਰ ਕੱਢ ਦਿੱਤੀ ਹੈ। ਇਸ ਤਰੀਕੇ ਦੇ ਨਾਲ ਉਸ ਜਗ੍ਹਾ ਨੂੰ ਖਾਲੀ ਕਰ ਦਿੱਤਾ ਹੈ। ਜਸ ਭਾਖ ਮਹਾਤਮ ਆਨਣ ਤੇ ਕਰਵਾਵਤ ਹੈ ਕਰ ਤੇ ਤਨ ਸੁੰਦਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਮਹਾਤਮ ਇਸ ਦਾ ਦੱਸ ਕੇ ਸਾਰਿਆਂ ਤੋਂ ਸੇਵਾ ਇਹ ਕਰਵਾ ਰਹੇ ਨੇ ਸੁੰਦਰ। ਇੱਕ ਆਵਤ ਹੈ ਇੱਕ ਜਾਤ ਨਿਕਾਸਤ ਸ੍ਰੀ ਗੁਰ ਦੇਖਤ ਪੇ ਕਰ ਨੰਦਰ। ਇੱਕ ਆਉਂਦਾ ਹੈ ਇੱਕ ਜਾਂਦਾ ਹੈ, ਇਸ ਤਰੀਕੇ ਦੇ ਨਾਲ ਲਗਾਤਾਰ ਸੇਵਾ ਹੋ ਰਹੀ ਹੈ। ਨਿਗਾਹ ਲਾ ਕੇ ਨੀਝ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦੇਖਿਆ। ਚਿਤ ਚੌਪ ਧਰੀ ਸੁਰ ਗੋਪਿਆ ਹੈ ਪਲਟੇ ਤਨ ਜਾਣ ਗੁਰੂ ਚੱਲ ਆਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੋਈ ਹੈ ਕਿ ਜਿੰਨੇ ਵੀ ਦੇਵਤੇ ਨੇ ਉਹਨਾਂ ਨੇ ਵੀ ਆਪਣੇ ਸਰੀਰ ਨੂੰ ਬਦਲਿਆ ਹੋਇਆ, ਉਹ ਵੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ। ਜਾਣ ਗੁਰੂ ਚੱਲ ਆਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ ਸਾਰਾ ਕੁਝ ਜਾਣਿਆ ਤੇ ਫਿਰ ਉੱਥੇ ਲਾਗੇ ਚਲੇ ਗਏ। ਜਿਮ ਸੂਰਜ ਬਾਲ ਬਿਲੋਕਤ ਹੀ ਅਰਬਿੰਦ ਬਿਲੋਚਨ ਦਵੈ ਬਿਕਸਾਏ। ਜਦੋਂ ਭਗਵਾਨ ਵਿਸ਼ਨੂੰ ਜੀ ਦੇ ਨਜ਼ਦੀਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਚੜ੍ਹਦੇ ਹੋਏ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਨੇਤਰ ਵਿਕਸ ਗਏ ਨੇ, ਖਿੜ ਗਏ। ਬਾਰ ਡੀਠ ਮਿਲੀ ਜੁਗ ਮੂਰਤ ਕੀ ਇੱਕ ਜੋਤ ਸਰਬੋਤਮ ਹੀ ਉਮਾਏ। ਫਿਰ ਦੋਵਾਂ ਦੀ ਨਜ਼ਰ ਇੱਕ ਦੂਜੇ ਦੇ ਨਾਲ ਮਿਲੀ ਹੈ। ਜੁਗ ਮੂਰਤ ਜਿਹੜੀ ਮੂਰਤੀ ਹੈ, ਜਿਹੜੇ ਸਰੂਪ ਨੇ ਉਹ ਤੇ ਦੋ ਨੇ। ਇੱਕ ਪਾਸੇ ਭਗਵਾਨ ਵਿਸ਼ਨੂੰ ਨੇ ਤੇ ਦੂਸਰੇ ਪਾਸੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ। ਪਰ ਕਹਿੰਦੇ ਨੇ ਏਕ ਜੋਤ, ਪਰ ਜੋਤ ਜਿਹੜੀ ਹੈ ਨਾ ਉਹ ਦੋਵਾਂ ਦੇ ਵਿੱਚ ਇੱਕੋ ਹੀ ਹੈ। ਇੱਕ ਦੂਜੇ ਦੇ ਨਾਲ ਨਜ਼ਰਾਂ ਮਿਲਾ ਕੇ ਦੋਵੇਂ ਖੁਸ਼ ਹੋਏ। ਅਵਿਲੋਕਤ ਕੀਰਤ ਕੋ ਬਰਨ ਪੁਨਸਾਰ ਸਮੇਂ ਵਿੱਚ ਰਾਗ ਸੁਹਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਦਾ ਸਮਾਂ ਸੀ। ਅਲੌਕਿਕ ਜਿਹੜੀ ਕੀਰਤੀ ਹੈ ਨਾ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਿਆਨ ਕਰਨੀ ਚਾਹੀ ਹੈ ਰਾਗ ਦੇ ਵਿੱਚ ਭਗਵਾਨ ਦੇ। ਸੂਹੀ ਰਾਗ ਸੁਛੰਤ ਕਰ ਜੁਗਤ ਬਿਲਾਵਲ ਗਾਏ ਆਪਣੇ ਆਨੰਦ ਬਿਲੰਦ ਕੋ ਦਿਓ ਜਨਾਏ ਸੁਨਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸੂਹੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਨੂੰ ਬਣਾਇਆ ਹੈ ਤੇ ਫਿਰ ਉਸ ਨੂੰ ਆਨੰਦ ਵੱਡੇ ਦੇ ਨਾਲ ਗਾਇਆ ਸੁਣਾਇਆ। ਕਿਹੜਾ ਸ਼ਬਦ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਤੇ ਕਿਹੜਾ ਗਾਇਆ, ਉਸ ਦਾ ਜ਼ਿਕਰ ਕਵੀ ਜੀ ਨੇ ਅੱਗੇ ਕੀਤਾ ਹੈ। ਸ੍ਰੀ ਮੁਖ ਵਾਕ ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ
पूरन साज कराया सगल मनोरथ पूरे। जय जयकार भया जग अंतर लाथे सगल विसूरे। पूरन पुरख अच्युत अविनाशी जस वेद पुराणी गाया। अपना बिरद रखिया परमेश्वर नानक नाम ध्याया। ਇਹ ਸ਼ਬਦ ਸੂਹੀ ਰਾਗ ਦਾ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਜਿੱਥੋਂ ਕਾਰ ਕੱਢੀ ਆਪ ਵਿਸ਼ਨੂੰ ਜੀ ਨੇ ਪੌੜੀ ਹਰ ਕੀ ਉਥੇ ਬਣਾਈ ਗੁਰ ਜੀ। ਇਥੇ ਸੇਵਾ ਕੀਤੀ ਆਪ ਹਰੀ ਜੀ ਨੇ ਯਾਦਗਾਰ ਇਹ ਵੱਡੀ ਰਖਾਈ ਗੁਰ ਜੀ। ਇਹ ਜਗਤ ਦੇ ਖਾਸ ਉਧਾਰ ਲਈ ਸੋਹਣੀ ਰਚਨਾ ਆਪ ਰਚਾਈ ਗੁਰ ਜੀ। ਸੂਹੀ ਰਾਗ ਦੇ ਵਿੱਚ ਕਰਤਾਰ ਸਿੰਘਾ ਸਾਰੀ ਖਿੱਚ ਤਸਵੀਰ ਦਿਖਾਈ ਗੁਰ ਜੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿੱਥੇ ਆਣ ਕੇ ਸੇਵਾ ਵਿਸ਼ਨੂੰ ਭਗਵਾਨ ਜੀ ਨੇ ਕੀਤੀ ਸੀ ਉਸ ਜਗ੍ਹਾ ਨੂੰ ਹਰ ਕੀ ਪੌੜੀ ਆਖਿਆ ਜਾਂਦਾ ਹੈ। ਉਸ ਯਾਦਗਾਰ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਅਦ ਦੇ ਵਿੱਚ ਕਾਇਮ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੂਹੀ ਰਾਗ ਦੇ ਵਿੱਚ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਜਿਹੜੀ ਤਸਵੀਰ ਸੀ ਨਾ ਖਿੱਚੀ ਕਿ ਕਿਸ ਤਰੀਕੇ ਦੇ ਨਾਲ ਭਗਵਾਨ ਆਏ ਤੇ ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ। ਇਹ ਜਿਹੜਾ ਸੂਹੀ ਰਾਗ ਦਾ ਸ਼ਬਦ ਹੈ ਇਸ ਨੂੰ ਸਰਲ ਅਰਥਾਂ ਦੇ ਵਿੱਚ ਕਰਤਾਰ ਸਿੰਘ ਜੀ ਕਲਾਸ ਵਾਲਿਆਂ ਨੇ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕੀਤਾ। ਕਾਰਜ ਆਪਣੇ ਸੰਤਾਂ ਦੇ ਕਰਨ ਖਾਤਰ ਹਰ ਕੰਮ ਕਰਾਵਣ ਆਇਆ ਜੀ। ਢੋਈ ਟੋਕਰੀ ਆਪ ਮਜ਼ਦੂਰ ਬਣ ਕੇ ਭਗਤੀ ਪਿਆਰ ਦਾ ਰੰਗ ਦਿਖਾਇਆ ਜੀ। ਉਹ ਧਰਤ ਸੋਹਣੀ ਅਤੇ ਤਾਲ ਸੋਹਣਾ, ਉਹ ਧਰਤ ਸੋਹਣੀ ਅਤੇ ਤਾਲ ਸੋਹਣਾ ਜਲ ਅੰਮ੍ਰਿਤ ਰੂਪ ਵਿੱਚ ਛਾਇਆ ਜੀ। ਸਭ ਕਾਜ ਸਭ ਤਰ੍ਹਾਂ ਹੋ ਗਏ ਪੂਰੇ ਤਾਬੇਦਾਰ ਕੀਤੀ ਚੰਚਲ ਮਾਇਆ ਜੀ। ਸਾਰੇ ਜਗਤ ਅੰਦਰ ਜੈ ਜੈਕਾਰ ਹੋਇਆ ਸੰਸੇ ਝੋਰਿਆਂ ਤਾਈਂ ਗਵਾਇਆ ਜੀ। ਸਾਰੇ ਵਿਆਪਕ ਅਤੇ ਅਡੋਲ ਕਰਤਾ ਜਸ ਵੇਦ ਪੁਰਾਣਾ ਨੇ ਗਾਇਆ ਜੀ। ਆਪਣਾ ਬਿਰਦ ਪਰਮੇਸ਼ਰ ਨੇ ਰੱਖ ਲਿਆ, ਆਪਣਾ ਬਿਰਦ ਪਰਮੇਸ਼ਰ ਨੇ ਰੱਖ ਲਿਆ। ਗੁਰ ਘਰ ਦਾ ਜਸ ਸਵਾਇਆ ਜੀ। ਕਲਾ ਦਿਨੋਂ ਦਿਨ ਵਧੇ ਕਰਤਾਰ ਸਿੰਘਾ ਜਨ ਨਾਨਕ ਨਾਮ ਧਿਆਇਆ ਜੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸੂਹੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਵਿਸ਼ਨੂੰ ਦੀ ਸਿਫਤ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਏਮ ਸਨਮੁਖ ਹੋਏ ਕਰ ਖਰੇ ਗਾਈ ਸਿਫਤ ਸੁਨਾਏ। ਵਧਿਓ ਪ੍ਰੇਮ ਦੋ ਦਿਸ਼ ਜਲ ਆਨੰਦ ਚਖ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਵਿਸ਼ਨੂੰ ਦੇ ਸਾਹਮਣੇ ਖੜੇ ਹੋ ਕੇ ਜਸ ਰੂਪੀ ਇਹ ਜਿਹੜਾ ਸ਼ਬਦ ਹੈ ਉਹ ਬਣਾ ਕੇ ਗਾ ਕੇ ਸੁਣਾਇਆ। ਵਧਿਓ ਪ੍ਰੇਮ ਦੋ ਦਿਸ਼, ਕਵੀ ਜੀ ਲਿਖਦੇ ਨੇ ਕਿ ਫਿਰ ਦੋਵਾਂ ਪਾਸਿਆਂ ਦਾ ਬਹੁਤ ਹੀ ਜ਼ਿਆਦਾ ਪ੍ਰੇਮ ਵਧਿਆ ਹੈ। ਜਲ ਆਨੰਦ ਚਖ ਆਏ ਤੇ ਆਨੰਦ ਨਾਲ ਨੇਤਰਾਂ ਵਿਖੇ ਦੋਵਾਂ ਦੇ ਜਲ ਆ ਗਏ। ਸ੍ਰੀ ਅਰਜਨ ਅਰਜਨ ਕਰਨੀ ਕੇ ਅਰਜਨ ਕੀਰਤ ਗੁਣ ਪ੍ਰਭ ਹੀ ਕੇ। ਬਹੁਤ ਹੀ ਸੁੰਦਰ ਕਵਿਤਾ ਦਾ ਨਮੂਨਾ ਪੇਸ਼ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਤਿੰਨ ਜਗ੍ਹਾ ਦੇ ਉੱਤੇ ਅਰਜਨ ਸ਼ਬਦ ਵਰਤਿਆ ਹੈ ਔਰ ਤਿੰਨਾਂ ਜਗ੍ਹਾ ਦੇ ਉੱਤੇ ਇਸ ਸ਼ਬਦ ਦਾ ਮਤਲਬ ਕੁਝ ਵੱਖਰਾ ਹੈ। ਕਹਿੰਦੇ ਨੇ ਸ੍ਰੀ ਅਰਜਨ ਅਰਜਨ ਕਰਨੀ ਕੇ। ਪਹਿਲੇ ਅਰਜਨ ਦਾ ਭਾਵ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ। ਦੂਸਰੇ ਅਰਜਨ ਦਾ ਭਾਵ ਹੈ ਅਰਜ਼ਾਂ ਕੀਤੀਆਂ ਨੇ ਚੰਗੇ ਤਰੀਕੇ ਦੇ ਨਾਲ। ਅਰਜਨ ਕੀਰਤ ਗੁਣ ਪ੍ਰਭ ਹੀ ਕੇ। ਔਰ ਤੀਸਰੇ ਅਰਜਨ ਦਾ ਭਾਵ ਹੈ ਉਜਲ ਸ੍ਰੇਸ਼ਟ, ਸ੍ਰੇਸ਼ਟ ਕੀਰਤੀ ਕੀਤੀ ਹੈ ਪ੍ਰਭੂ ਜੀ। ਨਿਕਟ ਹੋਏ ਕਰ ਦੋਨੋਂ ਹਾਥ ਪਰਸੇ ਪਦ ਅਰ ਬਿੰਦਨ ਸਾਥ। ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨੇੜੇ ਹੋ ਕੇ ਆਪਣਿਆਂ ਦੋਵਾਂ ਹੱਥਾਂ ਦਾ ਸਪਰਸ਼ ਕੀਤਾ ਹੈ ਭਗਵਾਨ ਵਿਸ਼ਨੂੰ ਜੀ ਦੇ ਚਰਨਾਂ ਦੇ ਨਾਲ।
ਗਹਿ ਤਰਲੋਕ ਪਤੀ ਅੰਕ ਭਰੇ ਹੈ, ਪਰਮ ਪ੍ਰੇਮ ਨੇ ਬਿਸੁੱਧ ਕਰੇ ਹੈ। ਜਿਹੜੇ ਤਰਲੋਕਪਤੀ ਨੇ, ਜਿਹੜੇ ਤਿੰਨਾਂ ਹੀ ਲੋਕਾਂ ਦੇ ਮਾਲਕ ਭਗਵਾਨ ਨੇ, ਉਹਨਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਫੜ ਕੇ ਆਪਣੀ ਜੱਫੀ ਦੇ ਵਿੱਚ ਲੈ ਲਿਆ ਹੈ। ਪਰਮ ਪ੍ਰੇਮ ਨੇ ਬਿਸੁੱਧ ਕਰੇ ਹੈ, ਬਹੁਤ ਵੱਡੇ ਪ੍ਰੇਮ ਨੇ ਮਾਨੋ ਕਿ ਬੇਖਬਰ ਕਰ ਦਿੱਤਾ ਹੈ, ਬਿਸੁੱਧ ਕਰ ਦਿੱਤਾ ਹੈ। ਸ਼ੋਭਤ ਬਤਨ ਚੰਦ ਮਾਨਿੰਦ, ਬਾਕ ਸੁਦਾ ਬੋਲੇ ਸੁਖ ਕੰਦ। ਜਿਨ੍ਹਾਂ ਦਾ ਮੁਖੜਾ ਮਾਨੋ ਕਿ ਚੰਦਰਮਾ ਵਰਗਾ ਸੁੰਦਰ ਹੈ, ਸੋਹਣਾ ਹੈ, ਉਸ ਭਗਵਾਨ ਵਿਸ਼ਨੂੰ ਜੀ ਨੇ ਅੰਮ੍ਰਿਤ ਵਰਗੇ ਮਿੱਠੇ ਜਿਹੜੇ ਬਚਨ ਸੀ ਨਾ, ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹੇ। ਜਗਤ ਭਗਤ ਮਗ ਸ਼ੁਭ ਵਿਸਤਾਰਾ, ਸਰ ਕੋ ਰਚਿਓ ਪਰਮ ਉਪਕਾਰਾ। ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਜਗਤ ਦੇ ਵਿੱਚ ਭਗਤੀ ਦੇ ਮਾਰਗ ਨੂੰ ਪ੍ਰਗਟ ਕੀਤਾ ਹੈ, ਚੰਗਾ ਉਸ ਦਾ ਵਿਸਥਾਰ ਕੀਤਾ ਹੈ, ਔਰ ਇਸ ਤੋਂ ਇਲਾਵਾ ਪਰਉਪਕਾਰ ਦੇ ਵਾਸਤੇ ਸਰੋਵਰ ਦੀ ਰਚਨਾ ਕੀਤੀ। ਜਿਸ ਤੇ ਸਿੱਖੀ ਥਿਰੈ ਸਦੀਵਾ, ਗਾਏ ਕੀਰਤਨ ਕਰ ਮਨ ਨੀਵਾ। ਭਗਵਾਨ ਜੀ ਕਹਿੰਦੇ ਨੇ ਬੜਾ ਚੰਗਾ ਕੰਮ ਹੋਇਆ, ਇਸ ਤੋਂ ਮਾਨੋ ਕਿ ਸਿੱਖੀ ਹਮੇਸ਼ਾ ਤੌਰ ਦੇ ਉੱਤੇ ਸਥਿਰ ਹੋ ਜਾਵੇਗੀ। ਗਾਇਆ ਕਰਨਗੇ ਕੀਰਤਨ ਨੂੰ, ਮਨਾਂ ਨੂੰ ਸਿੱਖ ਨੀਵਾ ਕਰਕੇ। ਸਾਰੇ ਅੰਦਰ ਅਬ ਸ੍ਰੀ ਹਰਿ ਮੰਦਰ, ਸਿਰ ਜੋ ਜਿਸ ਕੀ ਰਚਨਾ ਸੁੰਦਰ। ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਇਸ ਸਰੋਵਰ ਦੇ ਅੰਦਰ ਹੁਣ ਹਰੀ ਮੰਦਰ ਬਣਾਉਣਾ ਹੈ, ਸਿਰਜਣਾ ਹੈ, ਜਿਹਦੀ ਰਚਨਾ ਸਾਰਿਆਂ ਤੋਂ ਸੁੰਦਰ ਹੋਣੀ ਚਾਹੀਦੀ। ਜਰੈ ਜਵਾਹਰ ਜ਼ੇਬ ਬਿਲੰਦ, ਸ਼ੋਭੈ ਬਹੁ ਜਿਸ ਪੂਰਨ ਚੰਦ। ਐਸਾ ਹਰੀ ਮੰਦਰ ਬਣਨਾ ਚਾਹੀਦਾ ਹੈ ਜਿਹੜਾ ਮਾਨੋ ਕਿ ਹੀਰੇ ਮੋਤੀਆਂ ਦੇ ਨਾਲ ਜੜਿਆ ਹੋਇਆ ਹੋਵੇ। ਇਸ ਤੋਂ ਇਲਾਵਾ ਕਹਿੰਦੇ ਨੇ ਇਸ ਤਰ੍ਹਾਂ ਦੀ ਉਸ ਦੀ ਹਰੀ ਮੰਦਰ ਦੀ ਸੋਭਾ ਹੋਣੀ ਚਾਹੀਦੀ ਹੈ ਜਿਵੇਂ ਪੁੰਨਿਆਂ ਦਾ ਚੰਦਰਮਾ ਹੋਵੇ। ਚੌ ਦਿਸ਼ ਕੋ ਚੌ ਦਰ ਸਿਰ ਜਾਵੋ, ਰੁਚਿਰ ਬੰਗਲਾ ਉਰਦ ਕਰਾਵੋ। ਹੁਣ ਕਿਸ ਤਰੀਕੇ ਦਾ ਹਰੀ ਮੰਦਰ ਬਣਾਉਣਾ ਚਾਹੀਦਾ ਹੈ, ਉਸ ਦੇ ਵਾਸਤੇ ਹਦਾਇਤ ਕਰ ਰਹੇ ਨੇ ਭਗਵਾਨ ਵਿਸ਼ਨੂੰ ਜੀ। ਕਹਿੰਦੇ ਨੇ ਕਿ ਚਾਰੇ ਪਾਸਿਓਂ ਤੋਂ 4 ਦਰਵਾਜ਼ੇ ਬਣਵਾਉਣੇ ਨੇ। ਰੁਚਿਰ ਬੰਗਲਾ ਉਰਦ ਕਰਾਵੋ, ਔਰ ਵਿਚਲਾ ਜਿਹੜਾ ਬੰਗਲਾ ਹੈ ਨਾ, ਮਾਨੋ ਕਿ ਵਿਚਕਾਰਲੀ ਜਿਹੜੀ ਜਗ੍ਹਾ ਹੈ ਗੁੰਬਦ ਵਾਲੀ, ਉਹ ਸਾਰਿਆਂ ਤੋਂ ਉੱਚੀ ਬਣਾਉਣੀ। ਪੱਛਮ ਦਿਸ਼ ਕੋ ਸੇਤ ਰਚਾਵੋ, ਤੀਰਥ ਤੀਰ ਪੌਰ ਬਣਵਾਵੋ। ਭਗਵਾਨ ਵਿਸ਼ਨੂੰ ਜੀ ਨੇ ਇਹ ਵੀ ਆਖਿਆ ਕਿ ਪੱਛਮ ਦੀ ਦਿਸ਼ਾ ਦੇ ਵੱਲ ਇੱਕ ਪੁਲ ਬਣਾਉਣਾ ਹੈ, ਜਿਸ ਪੁਲ ਦੇ ਰਾਹੀਂ ਲੰਘ ਕੇ ਮਾਨੋ ਕਿ ਹਰੀ ਮੰਦਰ ਦੇ ਤੱਕ ਪਹੁੰਚਿਆ ਜਾਵੇ। ਇਸ ਤਰੀਕੇ ਦੇ ਨਾਲ ਤੀਰਥ ਦੇ ਕਿਨਾਰੇ ਦੇ ਉੱਤੇ ਪੌੜੀਆਂ ਵੀ ਬਣਾਉਣੀਆਂ ਨੇ, ਜਿਹੜੀਆਂ ਪੌੜੀਆਂ ਕੇ ਪਿੱਛੇ ਵੀ ਗੱਲ ਆਈ ਹੈ ਕਿ ਬਣ ਰਹੀਆਂ। ਸ੍ਰੀ ਅਰਜਨ ਕੀ ਪਕਰੇ ਬਾਹੂ, ਬਿਉਂਤ ਬਦਾਵਤ ਸਭ ਜਗ ਨਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਗਵਾਨ ਵਿਸ਼ਨੂੰ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਹ ਨੂੰ ਫੜਿਆ ਹੋਇਆ ਤੇ ਤੁਰ ਫਿਰ ਕੇ ਇਸ ਤਰ੍ਹਾਂ ਸੰਸਾਰ ਦੇ ਮਾਲਕ ਭਗਵਾਨ ਜੀ ਵਿਉਂਤ ਦੱਸ ਰਹੇ। ਇਹ ਮੇਰੋ ਮੰਦਰ ਬਰ ਹੋਏ, ਜਿਸ ਕੀ ਸਮਤਾ ਕਰੇ ਨਾ ਕੋਏ। ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਇਹ ਮੇਰਾ ਮੰਦਰ ਬੜਾ ਸ੍ਰੇਸ਼ਟ ਹੋਵੇਗਾ, ਜਿਹਦੀ ਬਰਾਬਰੀ ਕੋਈ ਵੀ ਕਰ ਨਹੀਂ ਸਕੇ। तीन लोक में होए न जैसो, भजन प्रताप बन नित ऐसो। ਭਗਵਾਨ ਜੀ ਨੇ ਆਖਿਆ ਹੈ ਕਿ ਤਿੰਨਾਂ ਹੀ ਲੋਕਾਂ ਦੇ ਵਿੱਚ ਇਹਦੇ ਵਰਗਾ ਹੋਰ ਕੋਈ ਵੀ ਨਹੀਂ ਹੋਵੇਗਾ। ਭਜਨ ਦਾ ਪ੍ਰਤਾਪ ਹਮੇਸ਼ਾ ਹੀ ਇੱਥੇ ਹੋਵੇਗਾ। ਨਰਕ ਨਿਵਾਰਨ ਕਾਰਨ ਮੋਖ, ਮੇਰੋ ਸਿਮਰਨ ਹੋਏ ਨਿਰਦੋਖ। ਨਰਕਾਂ ਨੂੰ ਨਿਵਾਰਨ ਦਾ ਕਾਰਨ ਮੋਕਸ਼ ਬਣੇਗਾ, ਮੇਰਾ ਸਿਮਰਨ ਨਿਰਦੋਸ਼ ਇੱਥੇ ਕਰਨਗੇ। ਜੇ ਨਰ ਸ਼ਰਦਾ ਧਾਰੇ ਔਰ ਪਰਮ, ਗਾਏ ਕੀਰਤਨ ਹੋਏ ਨਿਸ਼ ਭਰਮ। ਭਗਵਾਨ ਵਿਸ਼ਨੂੰ ਜੀ ਨੇ ਆਖਿਆ ਕਿ ਜਿਹੜੇ ਮਨੁੱਖ ਸ਼ਰਧਾ ਦੇ ਨਾਲ ਔਰ ਪ੍ਰੇਮ ਨੂੰ ਧਾਰਨ ਕਰਕੇ ਗਾਉਣਗੇ ਕੀਰਤਨ ਨੂੰ, ਨਿਸ਼ਪਰਮ ਹੋ ਕੇ ਨਾਮ ਦਾ ਜਾਪ ਕਰਨਗੇ, ਮੋਹਿ ਕੋ ਮਿਲੈ ਆਏ ਨਿਹ ਸੰਸੈ। ਉਹ ਜਿਹੜੇ ਲੋਕ ਨੇ ਨਾ, ਉਹ ਸ਼ੰਕਾ ਤੋਂ ਰਹਿਤ ਹੋ ਕੇ ਮੈਨੂੰ ਆਣ ਕੇ ਮਿਲਣਗੇ। ਜਨਮ ਮਰਨ ਕੇ ਬੰਧ ਬਦੰਸ ਹੈ। ਉਹਨਾਂ ਦੇ ਜਨਮ ਮਰਨ ਦੇ ਜਿਹੜੇ ਬੰਧਨ ਨੇ ਨਾ, ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ।
इत्यादि सब ब्योत बताए, भगत प्रताप यादक बिरधाए। ग्रंथाकार भाई संतोख सिंह जी लिखते हैं कि इस तरीके दे नाल भगवान विष्णु जी ने सारी विਉਂਤ दसी है। भगत प्रताप अधिक बिरधाए, भगती दे प्रताप नूं बहुता ही ज्यादा प्रगट किया। ज्यों क्यों कर सिखी बिसतारो, नरक परण ते नरन उबारो। भगवान विष्णु जी ने हदायत की है सतगुरु अर्जन देव सच्चे पातशाह जी नूं कि जिवें ना किवें सिੱਖੀ ਦਾ बहुत ही ज्यादा विस्तार करो ते ਜਿਹੜੇ ਮਨੁੱਖ ਮਾਨੋ ਕਿ ਨਰਕਾਂ ਦੇ ਵਿੱਚ ਪੈਣ ਵਾਲੇ ਨੇ ਉਹਨਾਂ ਨੂੰ ਤੁਸੀਂ ਕਿਰਪਾ ਕਰਕੇ ਉਬਾਰ ਲਓ, ਬਾਹਰ ਕੱਢੋ। ਫੇਰ ਜੋਧ ਤੁਰ ਕਣ ਸੋ ਕਰੀਐ, ਅਪਰ ਪੰਚ ਤਨ ਜੋਤ ਸੰਚਰੀਐ। ਆਉਣ ਵਾਲਾ ਜਿਹੜਾ ਸਮਾਂ ਹੈ ਉਸ ਦੇ ਵਾਸਤੇ ਭਗਵਾਨ ਵਿਸ਼ਨੂੰ ਜੀ ਕਹਿ ਰਹੇ ਨੇ ਕਿ ਇਸ ਤੋਂ ਬਾਅਦ ਤੁਸੀਂ ਤੁਰਕਾਂ ਦੇ ਨਾਲ ਯੁੱਧ ਕਰਨਾ ਹੈ। ਪੰਚ ਤਨ ਜੋਤ ਸੰਚਰੀਏ, ਜਿਹੜਾ ਪੰਜਵਾਂ ਸਰੂਪ ਹੋਵੇਗਾ। ਪੰਥ ਖਾਲਸਾ ਰਚੋ ਬਿਸਾਲਾ, ਰੱਖਿਅਕ ਸਰ ਕੋ ਹੋਏ ਸਭ ਕਾਲਾ। ਪੰਜਵਾਂ ਸਰੂਪ ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਭਗਵਾਨ ਵਿਸ਼ਨੂੰ ਜੀ ਨੇ ਆਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਜਦੋਂ ਤੁਸੀਂ ਹੋਵੋਗੇ ਉਸ ਵੇਲੇ ਤੁਰਕਾਂ ਦੇ ਨਾਲ ਯੁੱਧ ਕਰੋਗੇ। ਫਿਰ ਕਹਿੰਦੇ ਨੇ ਖਾਲਸਾ ਪੰਥ ਦੀ ਉਸ ਵੇਲੇ ਤੁਸੀਂ ਰਚਨਾ ਕਰਨੀ ਹੈ, ਜਿਹੜਾ ਖਾਲਸਾ ਪੰਥ ਮਾਨੋ ਕਿ ਸਰੋਵਰ ਦੀ ਰੱਖਿਆ ਦੇ ਵਾਸਤੇ ਹੋਵੇ। ਕਰ ਨਿਰੰਤਰ ਕੀਰਤ ਮੇਰੀ, ਪਰਿਬਰ ਤੋ ਸ਼ੁਭ ਰੀਤ ਕਨੇਰੀ। ਜਿਹੜਾ ਖਾਲਸਾ ਮਾਨੋ ਕਿ ਨਿਰੰਤਰ ਮੇਰੀ ਕੀਰਤੀ ਦੇ ਵਿੱਚ ਲੱਗਾ ਰਹੇਗਾ। ਇਸ ਤਰੀਕੇ ਦੇ ਨਾਲ ਚੰਗੀ ਰੀਤੀ ਦੇ ਨਾਲ ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਤੁਸੀਂ ਪ੍ਰਚਾਰੋ। ਪੁਨ ਮਮ ਤਨ ਮੈਂ ਲੈਤਾ ਪਾਵੋ, ਜੇ ਸਿਹਤ ਤਨ ਧਾਰੋ ਸੋ ਨਿਭਾਵੋ। ਭਗਵਾਨ ਵਿਸ਼ਨੂੰ ਜੀ ਨੇ ਆਖਿਆ ਕਿ ਇੰਨੇ ਕੰਮ ਕਰਨ ਤੋਂ ਬਾਅਦ ਫਿਰ ਤੁਸੀਂ ਮੇਰੇ ਸਰੀਰ ਦੇ ਵਿੱਚ ਲੈਤਾ ਪਾਉਣੀ ਹੈ, ਭਾਵ ਕਿ ਮੇਰੇ ਸਰੀਰ ਦੇ ਵਿੱਚ ਲੀਨ ਹੋ ਜਾਣਾ ਹੈ। ਜਿਹੜੇ ਹਿੱਤ ਦੇ ਵਾਸਤੇ ਤੁਸੀਂ ਸਰੀਰ ਨੂੰ ਧਾਰਨ ਕੀਤਾ ਹੋਇਆ ਉਸ ਨੂੰ ਸਾਰੇ ਨੂੰ ਮੁਕੰਮਲ ਕਰੋ। ਇਮ ਕਹਿ ਸੁਣ ਮੇਲੇ ਅੰਤਰ ਧਿਆਨੇ, ਪੁਨ ਸੁਰ ਗਨ ਅਤ ਪ੍ਰੀਤੀ ਠਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਹਿ ਕਹਾ ਕੇ ਫਿਰ ਭਗਵਾਨ ਵਿਸ਼ਨੂੰ ਜੀ ਅੰਤਰ ਧਿਆਨ ਹੋ ਗਏ ਨੇ, ਅਦ੍ਰਿਸ਼ ਹੋ ਗਏ ਨੇ, ਗਾਇਬ ਹੋ ਗਏ ਨੇ। ਉਹਨਾਂ ਦੇ ਗਾਇਬ ਹੋਣ ਤੋਂ ਬਾਅਦ ਸੁਰਗਨ ਅਤ ਪ੍ਰੀਤੀ ਠਾਨੇ, ਜਿੰਨੇ ਵੀ ਦੇਵਤੇ ਸਰੀਰਾਂ ਨੂੰ ਪਲਟ ਕੇ ਆਏ ਸੀ ਉਹਨਾਂ ਨੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਦਿਖਾਈ। ਸ੍ਰੀ ਅਰਜਨ ਕੋ ਬੰਧਨ ਕੀਨਸ, ਨਾਮ ਨਿਵੇਦਨ ਕਰ ਹਿਤ ਪੀਨਸ। ਸਾਰਿਆਂ ਦੇਵਤਿਆਂ ਨੇ ਆਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ ਔਰ ਇਸ ਤੋਂ ਇਲਾਵਾ ਹਿੱਤ ਦੇ ਨਾਲ ਭਿੱਜੇ ਹੋਇਆਂ ਨੇ ਆਪੋ ਆਪਣੇ ਨਾਵਾਂ ਦਾ ਜ਼ਿਕਰ ਕੀਤਾ ਕਿ ਮੇਰਾ ਆ ਨਾਂ। ਬਿਨਤੀ ਭਨ ਭਨ ਗੇ ਸੁਰਪੁਰ ਕੋ, ਕਰਤ ਪਰਸ ਪਰ ਜਸ ਸਤਿਗੁਰੂ ਕੋ। ਮਾਨੋ ਨਮਸਕਾਰਾਂ ਕਰਕੇ ਦਰਸ਼ਨ ਕਰਕੇ ਫਿਰ ਸਾਰੇ ਦੇ ਸਾਰੇ ਦੇਵਤੇ ਬੇਨਤੀਆਂ ਕਰਦੇ ਹੋਏ ਸਵਰਗਪੁਰੀ ਦੇ ਵਿੱਚ ਚਲੇ ਗਏ ਨੇ ਔਰ ਪਰਸਪਰ ਸਤਿਗੁਰੂ ਦਾ ਜਸ ਕਰਦੇ ਗਏ। ਸੰਗਤ ਕਾਰ ਕਰਤ ਸਰ ਕੇਰੀ, ਹੇਰ ਹੇਰ ਮਤ ਬਿਸਮ ਬੜੇਰੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਵੀ ਸੇਵਾ ਸਰੋਵਰ ਦੀ ਕਰ ਰਹੀ ਸੀ। ਇਸ ਅਜੀਬ ਕਿਸਮ ਦੇ ਕੌਤਕ ਨੂੰ ਦੇਖ ਕੇ ਸਾਰੇ ਦੇ ਸਾਰੇ ਬਹੁਤ ਹੀ ਵੱਡੀ ਹੈਰਾਨੀ ਦੇ ਵਿੱਚ। ਸ੍ਰੀ ਗੁਰ ਅਰਜਨ ਧਾਰਿਆ ਹਿਲਾਦਾ, ਏਥੇ ਕੌਣ ਕੀਨ ਸੰਵਾਦਾ। ਹੁਣ ਮੰਨੋ ਕਿ ਜਿਹੜੇ ਸਿੱਖ ਨੇ ਉਹ ਹੈਰਾਨ ਹੋ ਕੇ ਵਿਚਾਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੇ ਅਹਿਲਾਦ ਦੇ ਨਾਲ ਖੁਸ਼ੀ ਦੇ ਨਾਲ ਬਚਨ ਬਿਲਾਸ ਕੀਤੇ ਨੇ। ਇਹ ਕੌਣ ਸਨ ਜਿਨ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਵਾਦ ਕੀਤਾ। ਨਏ ਅਨੂਠੇ ਬੇਸ ਬਿਸਾਲੇ, ਕਿਤ ਤੇ ਆਏ ਕਹਾਂ ਇਹ ਚਾਲੇ। ਨਏ ਅਨੂਠੇ ਬੇਸ ਵਿਸਾਲੇ, ਇਹਨਾਂ ਦੇ ਜਿਹੜੇ ਵੇਸ ਸਨ ਉਹ ਵੀ ਸਾਰਿਆਂ ਤੋਂ ਅਨੂਠੇ ਸਨ। ਔਰ ਕਿਤ ਤੇ ਆਏ ਕਹਾਂ ਤੇ ਚਾਲੇ, ਕਿੱਥੋਂ ਆਏ ਤੇ ਕਿੱਥੇ ਚਲੇ ਗਏ, ਕਿਉਂਕਿ ਆਉਣ ਲੱਗਿਆਂ ਦਾ ਪਤਾ ਨਹੀਂ ਲੱਗਾ ਤੇ ਜਾਣ ਲੱਗੇ ਵੀ ਦਿਖਾਈ ਨਹੀਂ ਦਿੱਤੇ।
सार की कार कमावत गए, इनको भेद न किन्हू लय। सारे एक दूजे ਨੂੰ ਕਹਿੰਦੇ ਨੇ ਕਿ ਸਰੋਵਰ ਦੀ ਆਣ ਕੇ ਇਹਨਾਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ, ਇਹਨਾਂ ਦਾ ਭੇਦ ਕਿਸੇ ਨੇ ਵੀ ਨਹੀਂ ਪਾਇਆ। ਪੁਨ ਸਿਰੀ ਅਰਜਨ ਥਰੇ ਥਿਰਾਜੇ, कहत करावत सब को काजे। फिर सतगुरु अर्जन देव सच्चे पातशाह जी अपनी निज जगह दे उत्ते आण के विराजे ने, भाव के बैठे ने, ते फिर कह के सारियां तो जिहड़ी सरोवर दी सेवा सी ना वो कराउणी सतगुरु अर्जन देव सच्चे पातशाह जी ने शुरू की। ब्रेन दसेख यार लगे मजूर, होए कार बहुत थिरे हजूर। बहुत सारे जिहड़े सिख ने वो सेवा दे विच लगे हुए ने, सतगुरु सारियां दे हजूर सामने बैठे ने। संगत अनक आए एक जाए, रहें जितक सरकार कमाए। कई संगतां आउंदियां ने, कई जांदियां ने, जिहड़ियां संगतां रहिंदियां ने वो सरोवर दी सेवा करदियां ने। सुधा सरोवर की शुभत, चौदिश बने सपान। महात्म को पनत, श्री अर्जन सुख दान। ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਪੌੜੀਆਂ ਬਣਾਈਆਂ ਜਾ ਰਹੀਆਂ ਨੇ। ਵੱਡੇ ਮਹਾਤਮ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ ਕਿ ਸੁੱਖਾਂ ਦਾ ਦਾਨ ਦੇਣ ਵਾਲੇ ਨੇ ਉਹ ਜ਼ਾਹਰ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਅਗਲੇ ਅਧਿਆਇ ਦੇ ਵਿੱਚ ਅੱਗੇ ਕਥਾ ਦਾ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਵਿੱਚ हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे है पी होवनहार। हे संता कै सदा संग ने धारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है प्रणाम।